ਅੱਜ ਆਪਣਾ ਫਸਟ ਡੇ ਹੈ। ਆਪਾਂ RS ਅਗਰਵਾਲ ਵਿੱਚੋਂ ਮੈਂਸੂਰੇਸ਼ਨ ਸਟਾਰਟ ਕਰਨ ਜਾ ਰਹੇ ਹਾਂ। ਮੈਂਸੂਰੇਸ਼ਨ ਦੇ ਵਿੱਚ ਜਿਹੜਾ ਪਹਿਲਾ ਚੈਪਟਰ ਆਪਾਂ ਏਰੀਆ ਅੱਜ ਕਰਾਂਗੇ। ਏਰੀਏ ਦੇ ਸਭ ਤੋਂ ਪਹਿਲਾਂ ਆਪਾਂ ਐਗਜ਼ਾਮਪਲਸ 1 ਤੋਂ ਲੈ ਕੇ 20 ਐਗਜ਼ਾਮਪਲਸ ਨੇ। ਆਪਾਂ ਅੱਜ ਪਹਿਲੇ ਪਾਰਟ ਦੇ ਵਿੱਚ ਐਗਜ਼ਾਮਪਲ ਨੰਬਰ 1 ਤੋਂ ਲੈ ਕੇ ਐਗਜ਼ਾਮਪਲ ਨੰਬਰ 10 ਸੋਲਵ ਕਰਾਂਗੇ। ਫਿਰ ਉਸ ਤੋਂ ਬਾਅਦ ਡਿਟੇਲ ਦੇ ਵਿੱਚ ਸਾਰੇ ਐਕਸਰਸਾਈਜ਼ ਸਾਰੇ ਕੁਐਸਚਨ ਸੋਲਵ ਕਰਾਂਗੇ। ਆਪਣੀ ਅਪਰੋਚ ਰਹੇਗੀ ਕੰਸੈਪਟ ਪਲੱਸ ਟ੍ਰਿਕਸ, ਕਿਉਂਕਿ ਜਿਹੜੀ ਵਨ ਫਿਟ ਅਪਰੋਚ ਹੈ ਉਹ ਸਾਰਿਆਂ ਉੱਪਰ ਪੋਸੀਬਲ ਹੈਗੀ ਹੈ, ਬਟ ਟ੍ਰਿਕਸ ਪੋਸੀਬਲ ਨਹੀਂ ਹੁੰਦੇ। ਇਸ ਕਰਕੇ ਆਪਾਂ ਪੂਰੇ ਕੰਸੈਪਚੁਅਲ ਤਰੀਕੇ ਨਾਲ ਕਰਾਂਗੇ ਤਾਂ ਕਿ ਆਪਾਂ ਲੰਬੇ ਟਾਈਮ ਤੱਕ ਯਾਦ ਰੱਖ ਸਕੀਏ। ਅੱਜ ਆਪਣਾ ਫਸਟ ਕੁਐਸਚਨ ਹੈ ਏਰੀਆ ਦੀ ਪਹਿਲੀ ਐਗਜ਼ਾਮਪਲ। ਵਨ ਸਾਈਡ ਆਫ ਏ ਰੈਕਟੈਂਗੂਲਰ ਫੀਲਡ ਇਜ਼ 15 ਮੀਟਰ ਐਂਡ ਵਨ ਆਫ ਇਟਸ ਡਾਇਗਨਲ ਇਜ਼ 17 ਮੀਟਰ, ਦੈਨ ਫਾਈਂਡ ਦ ਏਰੀਆ ਆਫ ਦ ਫੀਲਡ। ਆਪਾਂ ਨੂੰ ਇੱਕ ਸਾਈਡ ਦਿੱਤੀ ਹੋਈ ਹੈ 15 ਮੀਟਰ, ਆਪਾਂ ਨੂੰ ਜਿਸ 15 ਮੀਟਰ ਇੱਕ ਸਾਈਡ ਦਿੱਤੀ ਹੋਈ ਹੈ ਅਤੇ ਇੱਕ ਡਾਇਗਨਲ ਦਿੱਤਾ ਹੋਇਆ 17 ਮੀਟਰ। ਆਪਾਂ ਇਹ 'ਚ ਏਰੀਆ ਕੱਢਣਾ ਰੈਕਟੈਂਗਲ ਦਾ, ਅਤੇ ਏਰੀਆ ਕੱਢਣ ਦਾ ਫਾਰਮੂਲਾ ਹੁੰਦਾ ਲੈਂਥ ਇਨਟੂ ਬ੍ਰੈਥ ਏਰੀਆ ਆਫ ਰੈਕਟੈਂਗਲ। ਆਪਣੇ ਕੋਲ ਲੈਂਥ ਗਿਵਨ ਹੈ 15, ਆਪਾਂ ਬਿਡਥ ਕੱਢਣੀ ਹੈ ਤਾਂ ਆਪਾਂ ਨੂੰ ਉਰੇ ਐਕਸ ਸਿਲੈਕਟ ਕਰ ਲੈਂਦੇ ਹਾਂ ਅਤੇ ਉਰੇ ਹਾਈਪੋਟੇਨਿਊਜ਼ ਥਿਊਰਮ ਆਪਾਂ ਯੂਜ਼ ਕਰਾਂਗੇ। 17 ਦਾ ਸਕੇਅਰ ਇਜ਼ ਇਕੁਅਲ ਟੂ 15 ਦਾ ਸਕੇਅਰ ਪਲੱਸ ਐਕਸ ਦਾ ਸਕੇਅਰ। ਇੱਧਰ ਆਪਣਾ ਐਕਸ ਸਕੇਅਰ ਹੋ ਜਾਏਗਾ ਅਤੇ 15 ਰਾਈਟ ਸਾਈਡ 'ਤੇ ਲੈਫਟ ਸਾਈਡ 'ਤੇ ਜਾ ਕੇ ਆਪਣਾ ਮਾਈਨਸ 'ਚ ਆ ਜਾਏਗਾ ਅਤੇ ਉਰੋਂ ਆਪਣੇ ਕੋਲ ਆ ਜਾਏਗਾ ਐਕਸ ਦਾ ਸਕੇਅਰ ਇਜ਼ ਇਕੁਅਲ ਟੂ 17 ਦਾ ਸਕੇਅਰ ਹੁੰਦਾ 289, 15 ਦਾ ਸਕੇਅਰ ਹੁੰਦਾ 225 ਅਤੇ ਸਕੇਅਰ ਆਪਣਾ ਉੱਧਰ ਜਾ ਕੇ ਬਣ ਜਾਏਗਾ ਅੰਡਰ ਰੂਟ 64। ਇਹਨੂੰ ਮਾਈਨਸ ਕਰਕੇ ਆ ਜਾਏਗਾ, ਐਕਸ ਦੀ ਵੈਲਿਊ ਆ ਜਾਏਗੀ ਆਪਣੇ ਕੋਲ 8। ਹੁਣ ਆਪਣੇ ਕੋਲ ਇਹ ਵਾਲਾ ਜਿਹੜਾ 8 ਹੈ ਬਿਡਥ ਆ ਗਈ, ਤਾਂ ਹੁਣ ਆਪਾਂ ਇਸ 8 ਨੂੰ ਇਹ 'ਚ ਪੁੱਟ ਕਰ ਦਾਂਗੇ ਏਰੀਏ ਦੇ ਵਿੱਚ, ਤਾਂ ਆਪਣੇ ਕੋਲ ਫਾਈਨਲ ਆਨਸਰ ਆ ਜਾਏਗਾ 15 × 8 ਦੈਟ ਇਜ਼ 120 ਮੀਟਰ ਸਕੇਅਰ। 120 ਮੀਟਰ ਸਕੇਅਰ ਇਹ ਆਪਣਾ ਜਿਹੜਾ ਕੁਐਸਚਨ ਪੁੱਛਿਆ ਸੀ ਏਰੀਆ ਆਫ ਰੈਕਟੈਂਗੂਲਰ ਫੀਲਡ, ਇਹ ਆਪਣਾ ਆਨਸਰ ਆ ਜਾਏਗਾ 120 ਮੀਟਰ ਸਕੇਅਰ। ਇਸ ਏਰੀਆ ਦੀ ਸੈਕਿੰਡ ਐਗਜ਼ਾਮਪਲ 'ਚ ਆਪਾਂ ਨੂੰ ਦਿੱਤਾ ਹੋਇਆ ਹੈ, ਇਹ ਲੌਨ ਇਜ਼ ਇਨ ਦੀ ਫਾਰਮ ਆਫ ਏ ਰੈਕਟੈਂਗਲ ਹੈਵਿੰਗ ਇਟਸ ਸਾਈਡ ਇਨ ਦ ਰੇਸ਼ੋ 2:3। ਦ ਏਰੀਆ ਆਫ ਦੀ ਲੌਨ ਇਜ਼ 1.6 ਹੈਕਟੇਅਰਸ। ਫਾਈਂਡ ਦ ਲੈਂਥ ਐਂਡ ਦੀ ਬ੍ਰੈਥ ਆਫ ਦੀ ਲੌਨ। ਆਪਾਂ ਕੋਲ ਰੇਸ਼ੋ 'ਚ ਦਿੱਤੀ ਹੋਈ ਹੈ ਇਹ ਆਪਾਂ ਇੱਕ ਰੈਕਟੈਂਗਲ ਬਣਾ ਲੈਂਦੇ। ਇੱਕ ਰੈਕਟੈਂਗਲ ਦੀ ਸ਼ੇਪ ਦੇ ਵਿੱਚ ਆਪਾਂ ਕੋਲ ਇੱਕ ਲੌਨ ਹੈ ਜਿਹਦੀ ਜਿਹੜੀ ਲੈਂਥ ਹੈ ਉਹ 2x ਹੈ, ਬਿਰਥ ਉਹਦੀ ਹੈਗੀ 3x, ਅਤੇ ਏਰੀਆ ਦਾ ਫਾਰਮੂਲਾ ਹੁੰਦਾ ਹੈ, ਏਰੀਆ ਆਪਣੇ ਕੋਲ ਗਿਵਨ ਹੈ 1.6 ਹੈਕਟੇਅਰਸ ਉਰੇ ਗਿਵਨ ਹੈ। ਹੈਕਟੇਅਰਸ ਨੂੰ ਆਪਾਂ ਮੀਟਰ ਵਿੱਚ ਕਨਵਰਟ ਕਰਨ ਲਈ 10,000 ਨਾਲ ਮਲਟੀਪਲਾਈ ਕਰਦੇ ਹੁੰਦੇ ਹਾਂ, ਤਾਂ 10,000 ਮੀਟਰ ਸਕੇਅਰ ਆ ਜਾਏਗਾ ਇਹਦੇ ਨਾਲ, ਅਤੇ ਇਹਨੂੰ ਸੋਲਵ ਕਰਕੇ ਆਪਣੇ ਕੋਲ ਆ ਜਾਏਗਾ 5000/3 ਮੀਟਰ ਸਕੇਅਰ। ਏਰੀਆ ਦਾ ਫਾਰਮੂਲਾ ਹੋਏਗਾ ਲੈਂਥ ਇਨਟੂ ਬ੍ਰੈਥ ਦੈਟ ਇਜ਼ 3x × 2x ਇਕੁਅਲ ਟੂ ਏਰੀਆ 5000/3। ਇਹਨੂੰ ਆਪਾਂ ਸੋਲਵ ਕਰਾਂਗੇ ਐਕਸ ਸਕੇਅਰ ਇਜ਼ ਇਕੁਅਲ ਟੂ 5000, 3 ਇਹ ਪਹਿਲਾਂ ਨੀਚੇ ਹੈ, ਜਿਹੜੇ ਲੈਫਟ ਸਾਈਡ 'ਤੇ 3 ਅਤੇ 2 ਹੈ ਇਹ ਆਪਾਂ ਡਿਨੋਮੀਨੇਟਰ 'ਚ ਆ ਜਾਣਗੇ। ਇਹਨੂੰ ਆਪਾਂ ਕਟਿੰਗ ਕਰਾਂਗੇ ਔਰ ਇਹ ਆ ਜਾਏਗਾ 2500/9, ਇਹ ਆਪਣੇ ਕੋਲ ਆ ਜਾਏਗਾ ਇੰਨਾ, ਅਤੇ ਉਰੋਂ ਐਕਸ ਦੀ ਵੈਲਿਊ ਆਪਣੇ ਕੋਲ ਆ ਜਾਏਗੀ 50/3। ਹੁਣ ਆਪਣੇ ਕੋਲ ਲੈਂਥ ਆ ਜਾਏਗੀ, ਲੈਂਥ 'ਚ ਆਪਾਂ ਪੁੱਟ ਕਰ ਦਾਂਗੇ 3x ਦੈਟ ਇਜ਼ 3 × 50/3। 3 ਨਾਲ 3 ਕੱਟ ਗਿਆ, ਲੈਂਥ ਆਪਣੇ ਕੋਲ ਆ ਗਈ 50 ਮੀਟਰਸ। ਫਿਰ ਆਪਣੇ ਕੋਲ ਬਿਡਥ ਆ ਗਈ, ਬਿਡਥ ਆਪਣੇ ਕੋਲ ਸੀਗੀ 2x ਦੈਟ ਇਜ਼ 2 × 50/3। ਇਹਨੂੰ ਸੋਲਵ ਕਰਨ 'ਤੇ ਆਪਣੇ ਕੋਲ ਆ ਜਾਏਗਾ 33/1/3। ਇਹੀ ਆਪਣੇ ਕੋਲ ਪੁੱਛਿਆ ਗਿਆ ਸੀਗਾ ਫਾਈਂਡ ਦ ਲੈਂਥ ਐਂਡ ਬਿਡਥ। ਇਹ ਆਪਣੇ ਕੋਲ ਲੈਂਥ ਆ ਗਈ, ਇਹ ਆਪਣੇ ਕੋਲ ਬਿਡਥ ਆ ਗਈ, ਆਪਣਾ ਫਾਈਨਲ ਆਨਸਰ ਹੈ। ਇਸ ਕੁਐਸਚਨ ਦੀ ਸਟੇਟਮੈਂਟ ਵਿੱਚ ਲਿਖਿਆ ਹੈ ਫਾਈਂਡ ਦੀ ਕਾਸਟ ਆਫ ਕਾਰਪੈਟਿੰਗ ਏ ਰੂਮ 13 ਮੀਟਰ ਲੌਂਗ ਐਂਡ 9 ਮੀਟਰ ਵਾਈਡ ਵਿਦ ਏ ਕਾਰਪੈਟ ਆਫ ਵਿਡਥ 75 ਸੈਂਟੀਮੀਟਰ ਐਟ ਦਾ ਰੇਟ ਆਫ ₹12.40 ਪਰ ਸਕੁਅਰ ਮੀਟਰ। ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਇੱਕ ਰੂਮ ਗਿਵਨ ਹੈ ਅਤੇ ਇੱਕ ਕਾਰਪੈਟ ਗਿਵਨ ਹੈ। ਰੂਮ ਦੀ ਆਪਣੇ ਕੋਲ ਲੈਂਥ ਅਤੇ ਬਿਡਥ ਹੈ, ਆਪਾਂ ਉਹ ਏਰੀਆ ਫਾਈਂਡ ਆਊਟ ਕਰ ਸਕਦੇ ਹਾਂ, ਅਤੇ ਦੂਜੇ ਪਾਸੇ ਆਪਣੇ ਕੋਲ ਇੱਕ ਕਾਰਪੈਟ ਦੀ ਵਿਡਥ ਗਿਵਨ ਹੈ। ਕੁਐਸਚਨ ਦੇ ਵਿੱਚ ਸਾਨੂੰ ਇਹ ਪੁੱਛਿਆ ਗਿਆ ਵੀ ਜੇ ਆਪਾਂ ਰੂਮ ਦੇ ਵਿੱਚ ਇੱਕ ਕਾਰਪੈਟ ਵਿਛਾਵਾਂਗੇ ਤਾਂ ਉਹਦੀ ਟੋਟਲ ਕਾਸਟ ਕਿੰਨੀ ਆਏਗੀ। ਤਾਂ ਆਪਾਂ ਇਸ ਦੇ ਵਿੱਚ ਏਰੀਆ ਜਿਹੜਾ ਰੂਮ ਦਾ ਏਰੀਆ ਫਲੋਰ ਦਾ ਏਰੀਆ ਹੋਏਗਾ ਉਹ ਕਾਰਪੈਟ ਦੇ ਏਰੀਏ ਦੇ ਬਰਾਬਰ ਹੋਏਗਾ। ਆਪਾਂ ਉੱਥੋਂ ਕਾਰਪੈਟ ਦੀ ਲੈਂਥ ਫਾਈਂਡ ਆਊਟ ਕਰਾਂਗੇ ਅਤੇ ਲੈਂਥ ਨੂੰ ਆਪਾਂ 12.40 ਪਰ ਸਕੁਅਰ ਮੀਟਰ ਨਾਲ ਮਲਟੀਪਲਾਈ ਕਰਾਂਗੇ, ਜਿਹੜਾ ਕਿ ਆਪਣਾ ਰਿਕੁਆਇਰਡ ਆਨਸਰ ਹੋਏਗਾ। ਤਾਂ ਇਹਨੂੰ ਹੁਣ ਆਪਾਂ ਨੈਕਸਟ ਸੋਲਵ ਕਰਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ
ਏਰੀਆ ਆਫ ਕਾਰਪੈਟ, ਆਪਾਂ ਉਹ ਕਲਰ ਚੇਂਜ ਕਰ ਲਈਏ ਇਹਦਾ, ਏਰੀਆ ਆਫ ਕਾਰਪੈਟ ਇਜ਼ ਇਕੁਅਲ ਟੂ ਏਰੀਆ ਆਫ ਰੂਮ, ਕਿਉਂਕਿ ਦੋਨਾਂ ਦਾ ਜਿਹੜਾ ਫਲੋਰ, ਕਿਉਂਕਿ ਆਪਾਂ ਇਸ ਫਲੋਰ 'ਤੇ ਵਿਛਾਉਣਾ ਹੈ ਤਾਂ ਦੋਵੇਂ ਸੇਮ ਹੋਣਗੇ, ਇਸ ਕਰਕੇ ਦੋਵੇਂ ਇਹ ਇਕੁਅਲ ਨੇ। ਇਹ ਆਪਣੇ ਕੋਲ ਗਿਵਨ ਹੈ, ਤਾਂ ਇਹ ਆਪਣੇ ਕੋਲ ਆ ਜਾਏਗਾ ਏਰੀਆ ਆਫ ਦਾ ਰੂਮ ਦੈਟ ਇਜ਼ ਇਕੁਅਲ ਟੂ ਏਰੀਆ ਆਫ ਦੀ ਕਾਰਪੈਟ। ਹੁਣ ਜਿਵੇਂ ਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਹੈ ਵਿਡਥ ਆਫ ਦਾ ਕਾਰਪੈਟ 75 ਸੈਂਟੀਮੀਟਰ, ਆਪਾਂ ਇਹਦੇ ਯੂਨਿਟ ਚੇਂਜ ਕਰ ਲਾਂਗੇ ਕਿਉਂਕਿ ਸਾਰਾ ਕੁਐਸਚਨ ਆਪਣੇ ਕੋਲ ਮੀਟਰਸ 'ਚ ਹੈ, ਤਾਂ ਸੈਂਟੀਮੀਟਰ ਨੂੰ ਆਪਾਂ ਚੇਂਜ ਕਰ ਲਾਂਗੇ। ਲੈਂਥ ਆਫ ਕਾਰਪੈਟ, ਇਹ ਲੈਂਥ ਆਫ ਕਾਰਪੈਟ ਹੈਗੀ ਹੈ, ਲੈਂਥ ਆਫ ਕਾਰਪੈਟ ਇਨਟੂ ਵਿਡਥ ਆਫ ਕਾਰਪੈਟ ਇਜ਼ ਇਕੁਅਲ ਟੂ ਏਰੀਆ ਆਫ ਦਾ ਰੂਮ। ਆਪਣੇ ਕੋਲ ਲੈਂਥ L ਰਹੇਗੀ, ਵਿਡਥ 75 ਸੈਂਟੀਮੀਟਰ ਹੈ, ਇਹਨੂੰ ਆਪਾਂ ਮੀਟਰਸ 'ਚ ਕਨਵਰਟ ਕਰਨ ਲਈ 100 ਦੇ ਨਾਲ ਡਿਵਾਈਡ ਕਰ ਦਾਂਗੇ। ਇਹ ਹੋ ਜਾਏਗਾ 25 ਤੀਆ 75 ਅਤੇ 25 ਚੌਕਾ 100 ਇਜ਼ ਇਕੁਅਲ ਟੂ 117। ਆਪਣੇ ਕੋਲ ਇਹ ਲੈਂਥ ਆ ਜਾਏਗੀ 117 ਇੰਟੂ 4 ਉੱਪਰ ਚਲਾ ਜਾਏਗਾ, ਇਹਦਾ ਰੈਸੀਪ੍ਰੋਕਲ ਆ ਜਾਏਗਾ 3। ਇਹ ਆਪਣੇ ਕੋਲ ਆ ਗਿਆ 156 ਮੀਟਰ। ਇਹ ਆਪਣੇ ਕੋਲ ਲੈਂਥ ਆਫ ਕਾਰਪੈਟ ਆ ਗਈ। ਹੁਣ ਕੋਸਟ ਕੱਢਣ ਦੇ ਲਈ ਕੋਸਟ ਆਫ ਕਾਰਪੈਟ ਇਜ਼ ਇਕੁਅਲ ਟੂ ਆਪਣੇ ਕੋਲ ਇਹ ਹੈਗਾ 12.40, ਜਿਹੜਾ ਕਿ ਕੁਐਸਚਨ 'ਚ ਆਪਾਂ ਕੋਲ 1 ਸਕੁਏਅਰ ਮੀਟਰ ਦੀ ਆਪਾਂ ਕੋਲ ਗਿਵਨ ਹੈ, ਅਤੇ ਆਪਾਂ 156 ਦੀ ਕੱਢਣੀ ਹੈ, ਅਤੇ 156 ਨੂੰ ਇਹਦੇ ਨਾਲ ਮਲਟੀਪਲਾਈ ਕਰ ਦਾਂਗੇ, ਅਤੇ ਆਪਣੇ ਕੋਲ ਟੋਟਲ ਕਾਸਟ ਆ ਜਾਏਗੀ ਰੁਪੀਜ਼ ਦੇ ਵਿੱਚ 1934.40 ਪੈਸਾ। ਕੁਐਸਚਨ ਦੇ ਵਿੱਚ ਆਪਾਂ ਕੋਲ ਟੋਟਲ ਕਾਸਟ ਪੁੱਛੀ ਸੀ, ਆਪਾਂ ਲੈਂਥ ਨੂੰ ਮਲਟੀਪਲਾਈ ਕਰਤਾ ਪਰ ਸਕੁਏਅਰ ਮੀਟਰ ਦੇ ਨਾਲ, ਜਿਹੜਾ ਕਿ ਆਪਣੇ ਕੋਲ ਇਹ ਆਂਸਰ ਆ ਜਾਏਗਾ ਫਾਈਨਲ। इस एग्जाम्पल की स्टेटमेंट है इफ़ द डायगनल ऑफ ए रेक्टेंगल इज़ 17 सेंटीमीटर लॉन्ग एंड इट्स पैरीमीटर इज़ 46 सेंटीमीटर फाइंड द एरिया ऑफ रेक्टेंगल। ये एक आपां नूं एक रेक्टेंगल गिवन है, एक डायगनल गिवन है। डायगनल की जी लेंथ है वो अपने को 17 है, 17 सेंटीमीटर, तो एक पैरामीटर है, पैरामीटर होंदा सम ऑफ ऑल द साइड्स। ਹੁਣ ਇਹ 'ਚ ਆਪਾਂ ਨੂੰ ਪੁੱਛਿਆ ਗਿਆ ਫਾइंड द ਏਰੀਆ ਆਫ ਰੈਕਟੈਂਗਲ, ਇਹਦੇ ਵਿੱਚ ਆਪਣੇ ਕੋਲ ਲੈਂਥ ਵੀ ਨਹੀਂ ਗਿਵਨ ਅਤੇ ਵਿਡਥ ਵੀ ਨਹੀਂ ਗਿਵਨ, ਇਸ ਕਰਕੇ ਆਪਾਂ ਲੈਂਥ ਨੂੰ x ਮੰਨ ਲੈਂਦੇ ਹਾਂ, ਵਿਡਥ ਨੂੰ ਆਪਾਂ y ਮੰਨ ਲੈਂਦੇ ਹਾਂ, ਅਤੇ ਆਪਾਂ ਲਗਾਵਾਂਗੇ ਇਹ 'ਚ ਹਾਈਪੋਟੀਨਿਊਜ਼ ਥਿਊਰਮ। ਹਾਈਪੋਟੀਨਿਊਜ਼ ਥਿਊਰਮ ਹੁੰਦੀ ਹੈ ਹਾਈਪੋਟੀਨਿਊਜ਼ ਦਾ ਸਕੇਅਰ ਇਜ਼ ਇਕੁਅਲ ਟੂ ਬੇਸ ਦਾ ਸਕੇਅਰ ਪਲੱਸ ਪਰਪੈਂਡੀਕੂਲਰ ਦਾ ਸਕੇਅਰ। 17 ਦਾ ਸਕੇਅਰ ਹੋਏਗਾ 289, ਇਹਨੂੰ ਆਪਾਂ ਲਿਖ ਲਾਂਗੇ x ਸਕੇਅਰ ਪਲੱਸ y ਸਕੇਅਰ। ਇਹ ਆਪਣੇ ਕੋਲ ਬਣ ਜਾਏਗੀ ਇਕੁਏਸ਼ਨ 1, ਇਹ ਆਪਾਂ ਅੱਗੇ ਯੂਜ਼ ਕਰਾਂਗੇ। ਹੁਣ ਨੈਕਸਟ ਕੁਐਸਚਨ ਦੇ ਵਿੱਚ ਗਿਵਨ ਹੈ ਪੈਰੀਮੀਟਰ, ਰੈਕਟੈਂਗਲ ਆਫ ਪੈਰੀਮੀਟਰ। ਇੱਕ ਇਹ ਲੈਂਥ ਹੈ, ਇੱਕ ਇਹ ਲੈਂਥ ਹੈ, ਇੱਕ ਇਹ ਵਿਡਥ ਹੈ, ਇਹ ਵਿਡਥ ਹੈ, ਇਹ ਹੁੰਦਾ ਸਮ ਦੈਟ ਇਜ਼ 2x 2 ਇੰਟੂ ਲੈਂਥ ਪਲੱਸ ਬ੍ਰੈਥ। ਲੈਂਥ ਆਪਣੇ ਕੋਲ x ਹੈ, ਵਿਡਥ ਆਪਣੇ ਕੋਲ y ਹੈ, ਇਹ ਹੋ ਜਾਏਗਾ ਪੈਰੀਮੀਟਰ। ਪੈਰੀਮੀਟਰ ਆਪਾਂ ਨੂੰ 46 ਗਿਵਨ ਹੈ, ਅਤੇ ਹੁਣ ਆਪਾਂ ਇਹ ਆ ਜਾਏਗਾ x ਪਲੱਸ y इज़ इक्वल टू 46.2। जो अपन कटिंग कर देंगे आ जाएगा 2 to the 4 2 3 ਦਾ 6। ਹੁਣ ਇਹਦੇ ਵਿੱਚ ਆਪਾਂ ਆ ਗਿਆ ਸਕੇਅਰਿੰਗ ਬੋਥ ਸਾਈਡਸ। ਹੁਣ ਸਕੇਅਰਿੰਗ ਬੋਥ ਸਾਈਡਸ ਕਰ ਦਿੰਦੇ ਹਾਂ, ਸਕੇਅਰਿੰਗ ਬੋਥ ਸਾਈਡਸ, ਕਿਉਂਕਿ ਫਾਰਮੂਲਾ ਹੁੰਦਾ ਲੈਂਥ ਇਨਟੂ ਬ੍ਰੈਥ। ਆਪਾਂ x ਤੇ y ਦੀ ਵੈਲਿਊ ਕੱਢਣੀ ਹੈ ਤਾਂ ਉਹਨੂੰ ਸਕੇਅਰ ਕਰਨਾ ਪਏਗਾ। ਸਕੇਅਰਿੰਗ ਬੋਥ ਸਾਈਡਸ x ਪਲੱਸ y ਦਾ ਹੋਲ ਸਕੇਅਰ ਇਜ਼ ਇਕੁਅਲ ਟੂ 23 ਦਾ ਹੋਲ ਸਕੇਅਰ। ਉਰੇ ਆਪਣਾ a ਪਲੱਸ b ਹੋਲ ਸਕੇਅਰ ਦਾ ਫਾਰਮੂਲਾ ਹੁੰਦਾ ਹੈ a ਸਕੇਅਰ ਪਲੱਸ b ਸਕੇਅਰ ਪਲੱਸ 2ab ਇਜ਼ ਇਕੁਅਲ ਟੂ 23। 23 ਨੂੰ ਆਪਾਂ ਸਕੇਅਰ ਕਰਾਂਗੇ, ਬਣ ਜਾਏਗਾ 289। ਆਪਣੇ ਕੋਲ x ਪਲੱਸ y ਦੀ ਜਿਹੜੀ ਆਹ ਵੈਲਿਊ ਦਿੱਤੀ ਹੋਈ ਆ, ਇਹ ਆਪਾਂ ਉਰੇ ਪੁੱਟ ਕਰ ਦਾਂਗੇ, ਇਹ ਹੋ ਜਾਏਗਾ 289 ਪਲੱਸ 2xy। ਆਪਾਂ ਨੂੰ axy ਫਾਈਂਡ ਆਊਟ ਕਰਨਾ ਹੈ ਤਾਂ ਆਪਣਾ ਆਂਸਰ ਆ ਜਾਏਗਾ 289। ਇਹ ਆਪਣੇ ਕੋਲ ਉਰੇ ਗਿਵਨ ਹੈ। ਆਪਣੇ ਕੋਲ 23 ਦਾ ਸਕੇਅਰ ਹੁੰਦਾ 529, ਤਾਂ ਉਰੇ 529 ਆ ਜਾਏਗਾ। ਇਹਨੂੰ ਆਪਾਂ ਸਬਟਰੈਕਟ ਕਰ ਦਾਂਗੇ 2xy, ਲਾਈਨ ਮਾਰ ਦਿੰਦੇ ਆਪਾਂ ਉਰੇ 2xy ਇਜ਼ ਇਕੁਅਲ ਟੂ 529 ਮਾਈਨਸ 289। ਇਹਨੂੰ ਆਪਾਂ ਸਬਟਰੈਕਟ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ 240। xy ਇਜ਼ ਇਕੁਅਲ ਟੂ 240/2 xy ਇਜ਼ ਇਕੁਅਲ ਟੂ ਦੈਟ ਇਜ਼ ਲੈਂਥ ਇਨਟੂ ਬ੍ਰੈਥ ਆਪਣੇ ਕੋਲ ਆ ਗਈ 120 ਸੈਂਟੀਮੀਟਰ ਸਕੇਅਰ। ਇਹ ਆਪਣੇ ਕੋਲ ਇਹਨਾਂ ਨੇ ਫਾਈਂਡ ਦਾ ਏਰੀਆ ਆਫ ਰੈਕਟੈਂਗਲ ਪੁੱਛਿਆ ਸੀ, x ਤੇ y, ਇਹ ਆਪਣੇ ਕੋਲ ਫਾਈਨਲ ਆਂਸਰ ਆ ਗਿਆ। ਜੇ ਫਿਰ ਵੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਹੋਰ ਕਿਹੜਾ ਕੁਐਸਚਨ ਚਾਹੀਦਾ ਹੈ। ਜੇ ਰਿਪੀਟ ਕਰਨਾ ਹੈ ਤਾਂ ਮੈਂ ਪਰਸਨਲੀ ਦੁਬਾਰਾ ਤੋਂ ਇਹਨੂੰ ਰਿਪੀਟ ਕਰੂੰਗਾ ਕੁਐਸਚਨ ਨੂੰ। ਇਸ ਕੁਐਸਚਨ ਦੇ ਵਿੱਚ ਆਪਣੇ ਕੋਲ ਕੁਐਸਚਨ ਸਟੇਟਮੈਂਟ ਕਹਿ ਰਹੀ ਹੈ
द लेंथ ऑफ रिक्टेंगल इज़ ट्वाइस इट्स बिड्थ। तो जी लेंथ है बिड्थ का ट्वाइस है, यानी कि ये एक्स है तो ये 2x है। फाइंड द लेंथ इफ इट्स लेंथ इज़ डिक्रीजड बाय 5 सेंटीमीटर। जे आप इसकी लेंथ 5 सेंटीमीटर माइनस कर दीए एंड बिड्थ इज़ इनक्रीजड बाय 5 सेंटीमीटर, तो आप इसकी बिड्थ है 5 सेंटीमीटर इनक्रीज कर दीए तो जो एरिया ऑफ रिक्टेंगल होएगा 75 सेंटीमीटर नाल इनक्रीज कर जाएगा। दैन फाइंड द लेंथ ऑफ रिक्टेंगल, आप ये लेंथ लभनी है रिक्टेंगल की, यानी कि आप ये एरिए के एरिया सबट्रैक्ट कर देंगे तो इनक्रीज आ जाएगा, तो उस दिन अपने को एक्स की वैल्यू फाइंड आउट आ जाएगी, तो जी एक्स है वो अपनी लेंथ है रिक्टेंगल की, तो इनू आप एरिया ऑफ रिक्टेंगल लिख लाँगे। लेंथ इंटू बिड्थ डैट इज़ 2x माइनस 5 लेंथ इंटू बिड्थ, ये अपने को एक रिक्टेंगल की है, तो इस रिक्टेंगल नालों 75 सेंटीमीटर ज़्यादा जो यदा एरिया है, इस करके आप सबट्रैक्ट करांगे। लेंथ इंटू बिड्थ 2x स्केयर इज़ इक्वल टू इनक्रीज कितना आ गया 75 सेंटीमीटर, ये आ जाएगा 75 सेंटीमीटर। तो इनू सॉल्व कर लाँगे आप फरदर, जो आप सॉल्व करांगे तो ये अपने को आ जाएगा 5x, इनू आप सारे सॉल्व कर लियो। 5x माइनस 25 इज़ इक्वल टू 75, ये 5x इज़ इक्वल टू 75, इधर जाके प्लस कर जाएगा 25, ये आ जाएगा 5x इज़ इक्वल टू 5 प्लस 5 10 1 हासिल 7 हो गए 8 9 तो एक 10 100, एक्स की अपने को वैल्यू आ जाएगी 20। ये अपनी आ गई लेंथ ऑफ रिक्टेंगल। इन्होंने क्वेश्चन आपको लेंथ पूछा सी तो एक्स की है लेंथ, ये अपना फाइनल आंसर है। इस क्वेश्चन की स्टेटमेंट के दसिया गया है इन मेजरिंग द साइड्स ऑफ ए रिक्टेंगल ब्रैथ इज़ टेकन 5% इन एक्सैस, जी ये बिड्थ है 5% वध ली गई एंड द लेंथ इज़ टेकन 4 सेंटीमीटर डेफिसिट, जी ये लेंथ है ये 4% घट ली गई। तो आप बेसिकली कैलकुलेट करना है परसेंट एरर भी, इनू आप जो मैजर करांगे क्योंकि ये वध लेगी ये घट लेगी तो एरर किन्ने परसेंट है, तो परसेंट के आंसर है। इस करके एक बेसिक बहुत ही वधिया कोई फॉर्मूला है, आपू उत्थे अपलाई करांगे, वह फार्मूला है a प्लस बी प्लस ए बी अपॉन 100। जिथे कोई चीज़ वध रही है उत्थे आप प्लस का साइन यूज़ करांगे इनक्रीज़ के लिए, जिथे कोई टर्म जिमें डेफिसिट यानी कि डिक्रीज़ दिता होया उत्थे आप नैगेटिव यूज़ करांगे, तो इस फॉर्मूले प्लस माइनस उस हिसाब नाल आप चेंज कर लाँगे। हुण आपां नूं दिता 5% इन एक्सैस, यानी कि 5% प्लस दे विच है, तो और लिख देंगे प्लस 5। सैकेंड जी प्लस बी है उरे पर लिखांगे 4% इन डेफिसिट, डेफिसिट यानी कि माइनस, ये माइनस दे विच है। फिर जो ये है तुहानूं पता ए तो बी की हुंदा है, एक साइन प्लस का हो एक माइनस का हो, तो आप मल्टीप्लाई करते हैं आंसर माइनस होंगे, इस करके उरे माइनस आएगा। ए बी 5 इंटू 4 अपॉन 100, देखो बिल्कुल सेम फॉर्मूला है, ये ए है ये बी है, ये ए है तो ये बी है। ये प्लस का साइन आप तां लगाया क्योंकि उरे अपने को एक्सैस है, ये नैगेटिव का साइन आप तां लाया डेफिसिट है, तो ये वाला नैगेटिव भी तां ही इसी नैगेटिव करके आया है। जो दोए टर्म्स उरे पॉजिटिव होंगे यानी कि ये भी एक्सैस होंदा तो ये भी एक्सैस होंदा, तो आप उरे भी प्लस का साइन यूज़ करना सी तो उरे भी प्लस का साइन आप यूज़ करना सी, बट उरे एक टर्म प्लस च है एक माइनस च है, यानी कि एक इनक्रीज़ हो रही है एक डिक्रीज़ हो रही है, तो करके आप उरे माइनस का साइन यूज़ कर रहे हैं। हुण अपनी उरे कटिंग कर लो, ये अपना हो जाएगा 5 माइनस 4 माइनस 20 अपॉन 100, ये 0 नाल 0 कट गई, इनू आप नहीं आप अगे करांगे फिर सिंपलीफाई सौखा हो जाएगा इनू करना। 5 माइनस 4 1 माइनस 2 अपॉन 10, ये मैं सारे स्टैप तां सॉल्व कर रहे हैं कि पहली बार कर रहे हो, नहीं तो फस्ट इको स्टैप से सारा कुछ कंप्लीट हो सकता है। 10 माइनस 2 अपॉन 10, ये अपना आ गया 8 अपॉन 10, दैट इज़ एरर कितना आ गया 0.8%। जे तो उरे हुण देखो अपने को उरे प्लस है, तो प्लस का मतलब है अपने पॉजिटिव दे विच है, जे नैगेटिव होंदा तां भी अपना आंसर गलत नहीं सी होना, तो वह मतलब होंदा इंडिकेशन होंदी है डिक्रीज़। ये फार्मूला अपने एरिए चैप्टर के बहुत जगह पर काम आएगा, जिथे अपने कोई चीज़ एरिया किसी का वध रहा है तो दूजी डिमेंशन च घट रहा है, तो उन्होंने पूछा हो तो नैट इफैक्ट की पेगा, तो इस फार्मूला बहुत इंपॉर्टेंट है, ये हर जगह पर लगेगा, सिर्फ 2D फिगर्स लगेगा। जे किसी अपन को रिक्टेंगल का एरिया घट रहा या वध रहा आप दस देंगे वह एंड के उपर की इफैक्ट पिया, ये परसेंटेज कढ़न च काम आता है फार्मूला। यही क्वेश्चन है, ये अपने को हुण एग्जाम्पल नंबर 7 आ गया, ये लिखा है ये रिक्टेंगुलर ग्रासी प्लॉट 110 मीटर बाय 65, ये एक 110 अपने को लेंथ है तो 65 अपने को बिड्थ
हैज़ ए ग्रेवल पाथ, एक बजरी पाई है एक पाथ के उपर जिहड़ा कि 2.5 मीटर वाइड है सारे पासियों अंदरों दी। फाइंड द कॉस्ट ऑफ ग्रेवलिंग द पाथ एट 80 पैसा पर स्क्वेयर मीटर। अपने को एक रिकटेंगल अपने को प्लॉट उरे दे रखे है, आप एक रिकटेंगुलर प्लॉट बनाता उरे वड्डा सारा, तो इस रिकटेंगुलर प्लॉट दे विच एक होर प्लॉट है, वो आप एक रंग चेंज कर दें ब्लू। ये एक पाथ है, ये आ गया और पाथ ड्रॉ करता आप उरे, ठीक है। हुण इस क्वेश्चन दे विच आपां नूं कहा गया एक रिकटेंगुलर है जिहड़ा कि जिहदा एक प्लॉट है जिहदी एक डिमेंशन हैगी 110 मीटर बाय 65 मीटर्स हैगी है। आपां ये क्वेश्चन च ये दस्सिया होया एक होर जिहड़ी कहंदे आ जिहड़ी विड्थ है, आ वाली विड्थ ये 2.5 है सारे पासियों अंदरों, तो आ भी 2.5 है। आपां इस दे विच बजरी पानी है, बजरी पा दो इस कलर की, ये आप पाथ बनाना है, तो आप इसकी पाथ की कॉस्ट कितनी है, अपने को 1 मीटर की कॉस्ट है। तो इस इनू आप कड्ढण दे लई उरे सब तो पहला कड्डांगे, देखो ਇਹਦਾ एरिया गिवन है प्लॉट का, आप आउटर एरिए ਦੇ ਵਿੱਚੋਂ इनसाइड एरिया माइनस कर देंगे, ਆਪਾਂ ਕੋਲ पाथ का एरिया आ जाएगा। पाथ के एरिए ਨੂੰ ਆਪਾਂ 80 ਜਿਹੜਾ ਪੈਸਾ ਇਹਨੂੰ ਆਪਾਂ ਰੁਪੀਸ 'ਚ ਕਨਵਰਟ ਕਰ ਲੈਂਦੇ ਆ, 80 ਪੈਸੇ ਨੂੰ ਰੁਪੀਸ 'ਚ ਕਨਵਰਟ ਕਰਨ ਦੇ ਲਈ ਆਪਾਂ ਡਿਵਾਈਡ ਕਰ ਦਾਂਗੇ 100 ਨਾਲ। ਛੋਟੀ ਚੀਜ਼ ਨੂੰ ਜੇ ਆਪਾਂ ਵੱਡੇ ਕਿਸੇ ਟਰਮ 'ਚ ਲਿਆਉਣਾ ਹੁੰਦਾ ਤਾਂ ਉਹਨੂੰ ਆਪਾਂ ਡਿਵਾਈਡ ਕਰਦੇ ਹਾਂ, ਵੱਡੀ ਚੀਜ਼ ਨੂੰ ਛੋਟੀ ਕਰਨ ਲਈ ਮਲਟੀਪਲਾਈ ਹੁੰਦਾ। ਇਹ ਹੈਗੇ ਰੁਪੀਸ, ਜਦੋਂ ਆਪਾਂ ਇਹਦਾ ਏਰੀਆ ਕੱਢ ਲਾਂਗੇ ਉਹਨੂੰ ਆਪਾਂ ਇਸ 80/100 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਪਣੀ ਟੋਟਲ ਕਾਸਟ ਆ ਜਾਏਗੀ ਵੀ ਕਿੰਨੀ ਕਾਸਟ ਲੱਗੇਗੀ ਉਰੇ ਆਪਣੀ ਆ ਬਜਰੀ ਪਾਉਣ ਦੀ। ਤਾਂ ਆਊਟਰ ਏਰੀਆ ਮਾਈਨਸ ਇਨਸਾਈਡ ਏਰੀਆ। ਹੁਣ ਤੁਸੀਂ ਇਹ ਦੇਖੋ ਵੀ ਇਹ ਤਾਂ ਆਪਣੇ ਕੋਲ ਏਰੀਆ ਦਿੱਤਾ, ਇਹ ਲੈਂਥ ਦਿੱਤੀ ਹੈ 110, ਜਿਹੜੀ ਇਹ ਵਾਲੀ ਲੈਂਥ ਹੈ ਇਹ 2.5 मीटर ਦੀ ਵਾਈਡ ਹੈ, यानी कि देखो ये तो घट है, इधरों भी 2.5 घट है जी अंदर वाली लाइन है, तो ये भी 2.5 घट है, यानी कि ओवरऑल ये 5 मीटर्स घट है 110 नालों। तो आप उरे कर देंगे 110 माइनस 5, ये अपने को आ जाएगा 105, ये 105 आ जाएगी। इसी तरह ये वाली लेंथ देखो, ये लेंथ जब आगे एक्सटेंड कर दिए उरों भी 2.5 घट है तो उरों भी 2.5 घट है, यानी कि आ डिमेंशन कितनी हो जाएगी अपनी 65 माइनस 5 दैट इज़ 60। ਹੁਣ ਆਪਣਾ ਹੈਗਾ ਆਊਟਰ ਏਰੀਆ 110 ਲੈਂਥ ਇੰਟੂ ਬ੍ਰੈਥ ਮਾਈਨਸ ਇਨਸਾਈਡ ਏਰੀਆ ਦੀ ਡਿਮੈਂਸ਼ਨ ਹੈਗੀ 105 ਇੰਟੂ 60। ਇਹ ਆਪਣਾ ਆ ਜਾਏਗਾ, ਇਹਨੂੰ ਮਲਟੀਪਲਾਈ ਕਰਨ ਤੋਂ ਬਾਅਦ 7150 ਮਾਈਨਸ 6300, ਇਹ ਆਪਣੇ ਕੋਲ ਆ ਗਿਆ 850 मीटर ਸਕੁਅਰ। ਇਹ ਆਪਣੇ ਕੋਲ ਏਰੀਆ ਆ ਗਿਆ। ਹੁਣ ਇਸ ਏਰੀਆ ਨੂੰ ਜੇ ਆਪਾਂ ਇਹਦੇ ਨਾਲ ਮਲਟੀਪਲਾਈ ਕਰ ਦਾਂਗੇ ਟੋਟਲ ਕਾਸਟ ਆ ਜਾਏਗੀ, ਟੋਟਲ ਕਾਸਟ इज़ इक्वल टू पाथ का एरिया मल्टीप्लाई 1 मीटर स्केयर की जी रुपीज़ जिन्ने पैसे लग रहे हैं आप उहदे नाल कर देंगे। देखो ये कट गया, ये कट गया, ये जीरो नाल ये जीरो कट गई, तो अपने को टोटल कॉस्ट कितनी आ गई रुपीज़ 680 ये अपना आंसर है। क्वेश्चन दे विच आपां नूं आउटर एरिया गिवन है तो एक इनसाइड एरिया आपां माइनस करके कढ़ लिया, अपने को विड्थ गिवन सीगी। आउटर एरिया माइनस इनसाइड एरिया दैट इज़ एरिया ऑफ पाथ, वो एरिया होएगा पाथ का। उस एरिया ऑफ पाथ नूं आपां 80 पैसा जिहड़ा नूं आपां रुपीज़ कन्वर्ट कर लिया सी उहदे नाल मल्टीप्लाई करता, तो अपना फाइनल कॉस्ट आ गई भी 680 रुपीज़ लगणगे इस पाथ दे विच आ बजरी पाउण दे। यही क्वेश्चन दे विच पुछया गया सी ते अपना फाइनल आंसर हो गया। इस क्वेश्चन की स्टेटमेंट दे विच कहा गया द पैरीमीटर ऑफ 2 स्क्वेयर्स, 2 स्क्वेयर्स ने, एक का पैरीमीटर 40 सेंटीमीटर है, दूजे का 32 है। आप एक स्केयर ड्रॉ करते हैं, एक आ स्केयर है उरे, ए स्केयर ये है सैकेंड स्केयर, तो पूछा गया एंड द थर्ड स्केयर, कहते एक थर्ड स्केयर है, फाइंड द पैरामीटर ऑफ ए थर्ड स्केयर। एक थर्ड स्केयर है, आप इसका पैरीमीटर दसना, ਇਹਦਾ पैरीमीटर कितना है, सॉरी ये रेक्टेंगल ड्रॉ हो गया, आप इनू डिलीट, ये भी स्केयर है एक, ਹੁਣ ਤਾਂ ਨਹੀਂ ਹੁੰਦਾ, ਹਾਂ ਹੁਣ ਸਕੇਅਰ ਹੈ, ਇਹ ਇੱਕ ਸਕੇਅਰ ਹੋ ਗਿਆ ਉਰੇ ਡਰੋ। ਪਹਿਲੇ ਸਕੇਅਰ ਦਾ ਜਿਹੜਾ ਪੈਰੀਮੀਟਰ ਦਿੱਤਾ ਹੋਇਆ ਉਰੇ ਗਿਵਨ ਹੈ 40, ਇਹਦਾ ਪੈਰੀਮੀਟਰ ਕੀਤਾ ਹੋਇਆ 32, ਇਸ ਦਾ ਆਪਾਂ ਪੈਰੀਮੀਟਰ ਫਾਈਂਡ ਆਊਟ ਕਰਨਾ ਹੈ ਥਰਡ ਸਕੇਅਰ ਦਾ, ਇਸ ਕਰਕੇ ਇਹਨੂੰ P3 ਲਿਖਤਾ, ਇਹਦਾ ਪੈਰੀਮੀਟਰ ਆਪਾਂ ਫਾਈਂਡ ਆਊਟ ਕਰਨਾ ਹੈ। ਪੈਰੀਮੀਟਰ ਕੀ ਹੁੰਦਾ ਹੈ, ਸਮ ਆਫ ਆਲ ਦ ਸਾਈਡਸ, ਅਤੇ ਸਕੇਅਰ ਦੀਆਂ ਕਿੰਨੀਆਂ ਸਾਈਡਸ ਹੁੰਦੀਆਂ ਨੇ 4, ਇਹਦੀਆਂ 4 ਸਾਈਡਸ ਨੇ, ਤਾਂ ਇੱਕ ਸਾਈਡ ਕੱਢਣ ਦੇ ਲਈ ਹੁੰਦੀ ਹੈ A, ਤਾਂ ਇਹਨੂੰ 4 ਨਾਲ ਆਪਾਂ ਡਿਵਾਈਡ ਕਰ ਦਾਂਗੇ, ਤਾਂ ਇੱਕ ਸਾਈਡ ਕਿੰਨੀ ਆ ਜਾਏਗੀ ਆਪਣੀ 10। तो स्केयर दे एरिए का फॉर्मूला होंगे साइड स्केयर,
ਸਾਈਡ ਸਕੁਏਅਰ दैट इज़ ए ਸਕੁਏਅਰ। ਤਾਂ ਆਪਣਾ ਆ ਜਾਏਗਾ ए ਸਕੁਏਅਰ, ਇਹ ਆਪਣਾ ਹੋ ਜਾਏਗਾ ਏਰੀਆ ए ਸਕੁਏਅਰ ਕਿੰਨਾ ਆ ਜਾਏਗਾ 10 ਦਾ ਸਕੁਏਅਰ ਕਿੰਨਾ ਹੋ ਜਾਏਗਾ 100। ਤਾਂ ਪਹਿਲੇ ਸਕੁਏਅਰ ਦਾ ਏਰੀਆ ਆ ਗਿਆ ਇੰਨਾ। ਅਤੇ ਜਿਹੜਾ ਸੈਕਿੰਡ ਸਕੁਏਅਰ ਹੈ ਉਹਦਾ ਪੈਰੀਮੀਟਰ ਦਿੱਤਾ ਹੋਇਆ ਆਪਣੇ ਕੋਲ 32। ਇਹਦੀ ਇੱਕ ਸਾਈਡ ਕਿੰਨੀ ਹੋ ਜਾਏਗੀ 32/4 ਇਜ਼ ਇਕੁਅਲ ਟੂ 8। ਤਾਂ ਇਹਦਾ ਏਰੀਆ ਕਿੰਨਾ ਹੋ ਜਾਏਗਾ, ਇਹਦਾ ਏਰੀਆ ਹੋ ਜਾਏਗਾ ਉਹੀ ਸਾਈਡ ਸਕੁਏਅਰ ਕਿੰਨਾ ਹੋ ਜਾਏਗਾ 8 ਸਕੁਏਅਰ दैट इज़ 64। ਹੁਣ ਆਪਾਂ ਇਹਦਾ ਪੈਰੀਮੀਟਰ ਕੱਢਣਾ ਹੈ ਅਤੇ ਇਹਦੇ 'ਚ ਕੁਐਸਚਨ 'ਚ ਅੱਗੇ ਗਿਵਨ ਹੈ ਦ ਪੈਰੀਮੀਟਰ ਆਫ ਏ ਥਰਡ ਸਕੁਏਅਰ। ਇਹਦਾ ਪੈਰੀਮੀਟਰ ਕਿਹਦੇ ਬਰਾਬਰ ਹੈ ਹੂਜ਼ ਏਰੀਆ ਇਜ਼ ਇਕੁਅਲ ਟੂ ਦੀ ਡਿਫਰੈਂਸ ਆਫ ਦੀ ਏਰੀਆਜ਼ ਆਫ ਟੂ ਸਕੁਏਅਰ। ਯਾਨੀ ਕਿ ਕਹਿੰਦਾ ਜਿਹੜਾ ਇਹਦਾ ਏਰੀਆ ਹੈ ਇਹਨਾਂ ਦੋਨਾਂ ਦੇ ਡਿਫਰੈਂਸ ਦੇ ਬਰਾਬਰ ਹੈ। ਹੁਣ ਆਪਾਂ ਇਹਦਾ ਏਰੀਆ ਕੱਢਾਂਗੇ, ਆਪਾਂ ਇਹਦਾ ਪੈਰੀਮੀਟਰ ਫਾਈਂਡ ਆਊਟ ਕਰਨਾ। ਤਾਂ ਹੁਣ ਇਹਦੇ ਏਰੀਆ ਕੁਐਸਚਨ ਦੇ ਵਿੱਚ ਅਕੋਰਡਿੰਗ ਟੂ ਗਿਵਨ ਸਟੇਟਮੈਂਟ ਤਾਂ ਏਰੀਆ ਕਿਹਦੇ ਬਰਾਬਰ ਹੋਏਗਾ ਡਿਫਰੈਂਸ ਆਫ ਦੀ ਏਰੀਆਜ਼ ਆਫ ਟੂ ਸਕੁਏਅਰਸ। ਇਹਦਾ ਏਰੀਆ ਮਾਈਨਸ ਇਹਦਾ ਏਰੀਆ ਇਜ਼ ਇਕੁਅਲ ਟੂ ਥਰਡ ਸਕੁਏਅਰ ਦਾ ਏਰੀਆ। ਇਹਨੂੰ ਆਪਾਂ ਮਾਈਨਸ ਕਰਤਾ ਤਾਂ ਇਹਦਾ ਏਰੀਆ ਕਿੰਨਾ ਆ ਗਿਆ, ਇਹਦਾ ਏਰੀਆ ਆ ਗਿਆ ਮਾਈਨਸ ਕਰਨ ਤੋਂ ਬਾਅਦ 36। ਅਤੇ ਆਪਾਂ ਨੂੰ ਪਤਾ ਏਰੀਆ ਨੂੰ ਆਪਾਂ ਕੀ ਕਹਿੰਦੇ ਹੁੰਦੇ ਹਾਂ ਸਾਈਡ ਸਕੁਏਅਰ दैट इज़ ए ਸਕੁਏਅਰ ਇਜ਼ ਇਕੁਅਲ ਟੂ 36। ਤਾਂ ਇਹਦੀ ਇੱਕ ਸਾਈਡ ਆ ਗਈ 6। ਪੈਰੀਮੀਟਰ ਪੁੱਛਿਆ ਸੀ, ਪੈਰੀਮੀਟਰ ਕੀ ਹੁੰਦਾ 4A। ਪੈਰੀਮੀਟਰ ਇਜ਼ ਇਕੁਅਲ ਟੂ 4A ਕਿਉਂਕਿ ਸਮ ਜਾਂ ਤਾਂ ਤੁਸੀਂ ਇਹਨੂੰ ਸਿੱਧਾ 6 + 6 + 6 + 6 ਕਰ ਦਿਓ, ਨਹੀਂ ਤਾਂ ਇਹਨੂੰ 4 ਨਾਲ ਮਲਟੀਪਲਾਈ ਕਰ ਦਿਓ। 4 × 6 ਗੱਲ ਇੱਕੋ ਹੀ ਹੈ, 6 4 ਦਾ ਹੁੰਦਾ 24। ਇਹ ਆ ਜਾਏਗਾ 24 ਸੈਂਟੀਮੀਟਰ ਪੈਰੀਮੀਟਰ ਆਫ ਥਰਡ ਸਕੁਏਅਰ। ਇਹ ਆਪਣਾ ਆ ਗਿਆ ਆਨਸਰ। ਇਹ ਏਰੀਆ ਦੇ ਚੈਪਟਰ ਦੀ 9th ਐਗਜ਼ਾਮਪਲ ਹੈ। ਜਿਵੇਂ ਕਿ ਤੁਹਾਨੂੰ ਮੈਂ ਸਟਾਰਟਿੰਗ ਦੱਸਿਆ ਸੀ ਅੱਜ ਆਪਾਂ ਪਹਿਲੀਆਂ 10 ਐਗਜ਼ਾਮਪਲਸ ਕਰਾਂਗੇ ਅਤੇ ਪਾਰਟ 2 ਦੇ ਵਿੱਚ ਅਗਲੀਆਂ 10 ਐਗਜ਼ਾਮਪਲਸ ਕਰਾਂਗੇ। ਤਾਂ ਇਸ ਸਟੇਟਮੈਂਟ ਦੇ ਵਿੱਚ ਤੁਹਾਨੂੰ HCF ਵੀ ਕੱਢਣਾ ਆਉਣਾ ਚਾਹੀਦਾ। ਜੇ ਨਹੀਂ ਆਉਂਦਾ ਤੁਹਾਨੂੰ ਮੈਂ ਲੌਂਗ ਡਿਵੀਜ਼ਨ ਮੈਥਡ ਨਾਲ ਦੱਸੂਗਾ, ਜਿਹੜਾ ਕਿ ਬਹੁਤ ਸਿੰਪਲ ਹੁੰਦਾ ਮੈਥਡ, ਤਾਂ ਉਹਦੇ ਨਾਲ ਬਹੁਤ ਜਲਦੀ HCF ਨਿਕਲ ਜਾਂਦਾ। ਇਸ ਕੁਐਸਚਨ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਇੱਕ ਰੂਮ ਹੈ ਜਿਹੜਾ ਕਿ 5 × 44 ਲੌਂਗ ਹੈ। ਇਹਨੂੰ ਸਭ ਤੋਂ ਪਹਿਲਾਂ ਤੁਸੀਂ ਦੇਖੋ ਇੱਕ ਆ ਯੂਨਿਟ ਹੈ, ਇਹਨੂੰ ਆਪਾਂ ਇੱਕ ਸਿੰਗਲ ਯੂਨਿਟ 'ਚ ਕਨਵਰਟ ਕਰ ਲਾਂਗੇ दैट इज़ ਸੈਂਟੀਮੀਟਰ। ਉਹ 'ਚ ਇਹਨੂੰ ਕਰਨਾ ਸੌਖਾ ਹੋਊਗਾ। ਐਂਡ 3 ਮੀਟਰ ਬਾਏ 74 ਸੈਂਟੀਮੀਟਰ ਬਰੋਡ। ਅਤੇ ਇਹ ਆਪਣੀ ਲੈਂਥ ਗਿਵਨ ਹੈ, ਇਹ ਆਪਣੀ ਗਿਵਨ ਹੈ ਬਿਡਥ। ਆਪਾਂ ਇਹਨੂੰ ਇੱਕ ਯੂਨਿਟ ਦੇ ਵਿੱਚ ਕਰ ਲਾਂਗੇ। ਇਸ ਟੂ ਬੀ ਪੇਵਡ ਵਿਦ ਸਕੁਏਅਰ ਟਾਈਲਸ। ਆਪਾਂ ਇਸ ਕਮਰੇ ਦੇ ਵਿੱਚ ਸਕੁਏਅਰ ਟਾਈਲਾਂ ਲਾਣੀਆਂ ਨੇ। ਫਾਈਂਡ ਦ ਲੀਸਟ ਨੰਬਰ ਆਫ ਸਕੁਏਅਰ ਟਾਈਲਸ ਰਿਕੁਆਇਰਡ ਟੂ ਕਵਰ ਦ ਫਲੋਰ। ਸਾਨੂੰ ਪੁੱਛਿਆ ਗਿਆ ਇਹਦੇ ਵਿੱਚ ਵੀ ਆਪਾਂ ਘੱਟੋ ਘੱਟ ਕਿੰਨੀਆਂ ਸਕੁਏਅਰ ਟਾਈਲਸ ਲੱਗ ਜਾਣਗੀਆਂ ਇਸ ਕਮਰੇ ਦੇ ਵਿੱਚ, ਉਹ ਦੱਸਣਾ। ਅਤੇ ਇਹ ਦੱਸਣ ਦੇ ਵਿੱਚ ਆਪਾਂ ਇਸ ਕੁਐਸਚਨ 'ਚ ਜਿਹੜੀ ਅਪਰੋਚ ਹੋਏਗੀ ਉਹ ਕੱਢਣ ਦੀ ਹੋਏਗੀ। ਸਭ ਤੋਂ ਪਹਿਲਾਂ ਤਾਂ ਲੈਂਥ ਹੈ ਜਿਹੜੀ ਬ੍ਰੈਥ ਹੈ ਉਹਨੂੰ ਆਪਾਂ ਸਿੰਗਲ ਯੂਨਿਟ 'ਚ ਕਰ ਲਾਂਗੇ, ਕਿਉਂਕਿ ਜਿਹੜੇ ਕਿ ਏਰੀਆ ਫਲੋਰ ਦਾ ਏਰੀਆ ਹੋਏਗਾ ਉਹਦਾ ਆਪਾਂ HCF ਕੱਢਾਂਗੇ। ਜਿਹੜਾ ਫਲੋਰ ਦੇ ਏਰੀਆ ਦਾ HCF ਹੈ ਉਹ ਟਾਈਲ ਦੀ ਇੱਕ ਸਾਈਡ ਹੋਏਗੀ। ਜਦੋਂ ਸਾਡੇ ਕੋਲ HCF ਆ ਜਾਏਗਾ दैट इज़ ਉਹ ਆਪਣਾ A ਆ ਜਾਏਗਾ। ਟਾਈਲ ਆਪਣੀ ਕਿਹੜੀ ਹੈ ਸਕੁਏਅਰ ਹੈ, ਇਸ ਕਰਕੇ ਏਰੀਆ ਦਾ ਫਾਰਮੂਲਾ ਕੀ ਹੁੰਦਾ ਸਕੁਏਅਰ ਦਾ ਸਾਈਡ ਸਕੁਏਅਰ दैट इज़ A ਸਕੁਏਅਰ। ਜਿਹੜਾ HCF ਕੱਢਣ ਤੋਂ ਬਾਅਦ ਸਾਡਾ A ਆ ਜਾਏਗਾ, ਆਪਾਂ ਉਹਦਾ ਸਕੁਏਅਰ ਕਰ ਦਾਂਗੇ ਤਾਂ ਉਹ ਆਪਣਾ ਆ ਜਾਏਗਾ ਇੱਕ ਟਾਈਲ ਦਾ ਏਰੀਆ। ਇੱਕ ਕਮਰੇ ਦੀ ਟੋਟਲ ਏਰੀਆ ਡਿਵਾਈਡਡ ਬਾਈ ਇੱਕ ਟਾਈਲ ਦਾ ਏਰੀਆ, ਉਹ ਆਪਣਾ ਫਾਈਨਲ ਆਨਸਰ ਹੋਏਗਾ। ਯਾਨੀ ਕਿ ਇੱਕ ਵੱਡਾ ਏਰੀਆ ਡਿਵਾਈਡਡ ਬਾਈ ਇੱਕ ਸਮੋਲ ਏਰੀਆ। ਪਤਾ ਲੱਗ ਜਾਏਗਾ ਕਿ ਕਮਰੇ 'ਚ ਕਿੰਨੀਆਂ ਘੱਟੋ ਘੱਟ ਟਾਈਲਾਂ ਲੱਗਣਗੀਆਂ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਇਹਨੂੰ ਇੱਕ ਯੂਨਿਟ 'ਚ ਕਨਵਰਟ ਕਰਾਂਗੇ। ਲੈਂਥ ਉਰੇ ਗਿਵਨ ਹੈ 5 ਮੀਟਰਸ। ਵੈਸੇ ਤਾਂ ਬਹੁਤ ਸਿੱਧਾ ਹੋ ਜਾਏਗਾ, ਦੇਖੋ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਨੇ 100। ਤਾਂ ਇਹ ਹੋ ਜਾਏਗਾ 500 + 44 44 'ਚ ਐਡ ਕਰ ਦਿਓ, ਯਾਨੀ ਕਿ ਇਹ ਹੋ ਗਿਆ 544 ਸੈਂਟੀਮੀਟਰ। ਇਸੇ ਤਰ੍ਹਾਂ ਇਹ ਬਿਡਥ ਆ ਜਾਏਗੀ ਆਪਣੀ, ਉਹ ਆਪਾਂ ਲਿਖ ਦਾਂਗੇ 374। ਆਪਾਂ ਡਾਇਰੈਕਟ ਹੀ ਲਿਖਤਾ ਉਰੇ ਸੈਂਟੀਮੀਟਰ, ਕਿਉਂਕਿ ਫਿਰ ਜਗ੍ਹਾ ਘੱਟ ਜਾਏਗੀ ਨਹੀਂ ਤਾਂ ਉਰੇ। ਇਹ ਆਪਣੀ ਹੋ ਜਾਏਗੀ ਲੈਂਥ ਅਤੇ ਬਿਡਥ। ਫਿਰ ਉਸ ਤੋਂ ਬਾਅਦ ਆਪਾਂ ਜਿਵੇਂ ਤੁਹਾਨੂੰ ਦੱਸਿਆ ਏਰੀਆ ਆਫ ਦ ਰੂਮ। ਏਰੀਆ ਆਫ ਰੂਮ ਕਿੰਨਾ ਹੈ ਲੈਂਥ ਇਨਟੂ ਬਿਡਥ 374। ਆਪਣਾ ਰੂਮ ਦਾ ਏਰੀਆ ਕਿੰਨਾ ਆ ਜਾਏਗਾ, ਇਹਨੂੰ ਮਲਟੀਪਲਾਈ ਕਰਕੇ ਆਪਾਂ ਮਲਟੀਪਲਾਈ ਨਹੀਂ ਕਰਦੇ ਕਿਉਂਕਿ ਆਪਾਂ ਕਟਿੰਗ ਕਰਨੀ ਹੈ, ਇਸ ਕਰਕੇ ਇਹਨੂੰ ਆਪਾਂ ਇੱਦਾਂ ਹੀ ਰੱਖ ਲੈਂਦੇ ਹਾਂ ਸਿੰਪਲੀਫਾਈਡ ਫਾਰਮ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਾਂ ਇੱਕ ਏਰੀਆ ਆਫ ਟਾਈਲ ਕੱਢਣਾ, ਸਾਈਜ਼ ਆਫ ਟਾਈਲ, ਕਿਉਂਕਿ ਆਪਾਂ HCF ਕੱਢਣਾ ਪਏਗਾ। ਸਾਈਜ਼ ਆਫ ਟਾਈਲ ਦੇ ਲਈ ਆਪਾਂ ਨੂੰ ਕੱਢਣਾ ਪਏਗਾ HCF ਕਿਹਦਾ ਆਪਾਂ ਕੱਢਾਂਗੇ ਇਸ ਟਰਮ ਦਾ ਅਤੇ ਕਿਸ ਟਰਮ ਦਾ HCF। ਤੁਹਾਨੂੰ ਮੈਂ HCF ਵੀ ਕੱਢਣਾ ਦੱਸਦਾ ਲੌਂਗ ਡਿਵੀਜ਼ਨ ਦੇ ਨਾਲ ਆਪਾਂ ਕਿਵੇਂ ਕੱਢਾਂਗੇ। 544 ਦਾ HCF ਕੱਢਣਾ ਆਪਾਂ 374 ਨਾਲ। HCF ਦੇ ਵਿੱਚ ਜਿਵੇਂ ਸਿੰਪਲ ਆਪਾਂ ਡਿਵੀਜ਼ਨ ਕਰਦੇ ਹਾਂ ਉਹੀ ਮੈਥਡ ਉਰੇ ਯੂਜ਼ ਕਰਾਂਗੇ। ਵੱਡੀ ਟਰਮ ਅੰਦਰ ਛੋਟੀ ਟਰਮ ਬਾਹਰ 374। ਸਭ ਤੋਂ ਪਹਿਲਾਂ ਜਾਏਗਾ 1 'ਤੇ 374 ਅਤੇ ਇਹਦੇ ਨੀਚੇ ਰਿਮਾਈਂਡਰ ਬਣ ਜਾਏਗਾ 170। ਫਿਰ ਉਸ ਤੋਂ ਬਾਅਦ ਜਿਹੜੀ ਇਹ ਟਰਮ ਸੀਗੀ ਇਹ ਵਾਲੀ ਟਰਮ ਇਹ ਆਪਾਂ ਫਿਰ ਵਿੱਚ ਰੱਖ ਲਾਂਗੇ 374।
ਹੁਣ ਇਹ ਆਪਣਾ ਨੈਕਸਟ ਜਾਏਗਾ 2 ਤੇ 2 ਤੇ ਇਹਨੂੰ ਮਲਟੀਪਲਾਈ ਕਰਾਂਗੇ 170 ਨੂੰ ਤਾਂ ਆਂਸਰ ਆ ਜਾਏਗਾ 340। ਫਿਰ ਆਪਣੇ ਕੋਲ ਰਿਮਾਈਂਡਰ ਬਚ ਜਾਏਗਾ 34। ਹੁਣ ਜਿਹੜਾ ਜਦੋਂ ਤੱਕ ਇਹ ਪੂਰਾ ਕੈਂਸਲ ਨਹੀਂ ਹੋ ਜਾਂਦਾ, ਜ਼ੀਰੋ ਨਹੀਂ ਹੋ ਜਾਂਦਾ, ਉਦੋਂ ਤੱਕ ਆਪਾਂ ਇਹਨੂੰ ਡਿਵਾਈਡ ਕਰੀ ਜਾਣਾ। ਤਾਂ ਇਹਨੂੰ ਆਪਾਂ ਨੈਕਸਟ ਆ ਜਾਏਗਾ 5 ਤੇ 334 ਨੂੰ 5 ਨਾਲ ਮਲਟੀਪਲਾਈ ਕਰਾਂਗੇ 170। ਦੇਖੋ ਰਿਮਾਈਂਡਰ 0 ਬਚ ਗਿਆ। ਜਿਹੜਾ ਇਹ ਵਾਲਾ 34 ਹੈ ਆਖਰੀ ਟਰਮ ਜਿਹੜੀ ਬਚੀ ਹੈ ਇਹ ਆਪਣਾ ਹੋਏਗਾ HCF। ਹੁਣ ਇਹਨੂੰ ਆਪਾਂ ਰੱਬ ਕਰ ਦਿੰਦੇ ਹਾਂ ਕਿਉਂਕਿ ਫਿਰ ਜਗ੍ਹਾ ਘੱਟ ਜਾਏਗੀ। HCF ਆਪਣਾ ਹੁਣ ਯਾਦ ਰੱਖਿਓ 34 ਆ ਗਿਆ। HCF ਕਿੰਨਾ ਆ ਗਿਆ 34। ਇਹ ਆਪਣੀ ਆ ਗਈ ਇੱਕ ਸਾਈਡ ਆਫ ਸਕੁਏਅਰ ਆ ਗਈ, ਇਹਨੂੰ ਆਪਾਂ A ਕਹਿ ਸਕਦੇ ਹਾਂ 34। ਏਰੀਆ ਕਿੰਨਾ ਹੋ ਜਾਏਗਾ 34 × 34। ਹੁਣ ਆਪਾਂ ਇਹਨੂੰ ਪੁੱਛਿਆ ਗਿਆ ਹੈ, ਹੁਣ ਆਪਾਂ ਇਹਨੂੰ ਮਲਟੀਪਲਾਈ ਨਹੀਂ ਕਰਦੇ ਕਿਉਂਕਿ ਆਪਾਂ ਇਹਦੇ ਨਾਲ ਕਟਿੰਗ ਕਰਨੀ ਹੈ, ਇਸ ਕਰਕੇ ਇਹਨੂੰ ਆਪਾਂ ਐਜ਼ ਇਟ ਇਜ਼ ਹੀ ਰੱਖ ਲੈਂਦੇ ਹਾਂ। ਹੁਣ ਉਹਨੇ ਕੁਐਸਚਨ ਪੁੱਛਿਆ ਗਿਆ ਨੰਬਰ ਆਫ ਟਾਈਲਸ ਰਿਕੁਆਇਰਡ, ਕਿੰਨੀਆਂ ਟਾਈਲਸ ਰਿਕੁਆਇਰਡ ਨੇ। ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਏਰੀਆ ਆਫ ਦਾ ਰੂਮ ਸਭ ਤੋਂ ਉੱਪਰ ਲਿਖਾਂਗੇ, ਰੂਮ ਦਾ ਏਰੀਆ ਡਿਵਾਈਡਡ ਬਾਏ ਇੱਕ ਟਾਈਲ ਦਾ ਏਰੀਆ। ਇਹਨੂੰ ਆਪਾਂ ਹੁਣ ਕਟਿੰਗ ਕਰਾਂਗੇ ਤੇ ਆਂਸਰ ਆ ਜਾਏਗਾ। ਹੁਣ ਇਹਨੂੰ ਆਪਾਂ ਉਹਦੇ ਕਟਿੰਗ ਕਰ ਲਾਂਗੇ 2 ਦੇ ਟੇਬਲ ਤੇ। 34 ਨੂੰ ਆਪਾਂ 2 ਨਾਲ ਡਿਵਾਈਡ ਕਰਾਂਗੇ ਆ ਜਾਏਗਾ 17। 2 1 ਦਾ 2, 2 8 ਦਾ 16, 2 7 ਦਾ 14। 17 ਨੂੰ ਜੇ ਆਪਾਂ 11 ਨਾਲ ਮਲਟੀਪਲਾਈ ਕਰਾਂਗੇ 187 ਹੁੰਦਾ। ਇਸੇ ਤਰ੍ਹਾਂ ਇਹਨੂੰ ਆਪਾਂ 2 ਤੇ ਕੈਂਸਲ ਕਰ ਦਾਂਗੇ। 2 1 ਦਾ 2, 2 7 ਦਾ 14, ਇਹ ਆ ਜਾਏਗਾ 2 2 ਦਾ 4, 2 7 ਦਾ 14, 2 2 ਦਾ 4। ਹੁਣ 7 ਦੇ ਟੇਬਲ 'ਚ 272 ਆ ਜਾਂਦਾ, 17 ਦੇ ਟੇਬਲ 'ਚ 17 ਨੂੰ ਆਪਾਂ 16 ਨਾਲ ਮਲਟੀਪਲਾਈ ਕਰਾਂਗੇ 272। ਹੁਣ ਆਪਣਾ ਆਂਸਰ ਆ ਜਾਏਗਾ 16 ਨੂੰ 11 ਨਾਲ ਮਲਟੀਪਲਾਈ ਕੀਤਾ ਤਾਂ ਆਪਣਾ ਇਹ ਆਂਸਰ ਆ ਜਾਏਗਾ 176। ਇਹ ਆਪਣਾ ਆਂਸਰ ਹੈ। ਦੇਖੋ ਇੱਕ ਬਹੁਤ ਸ਼ਾਰਟਕਟ ਹੈ ਇੱਕ। 16 ਨੂੰ ਜੇ ਆਪਾਂ 11 ਕਿਸੇ ਵੀ ਚੀਜ਼ ਨੂੰ ਆਪਾਂ 11 ਨਾਲ ਮਲਟੀਪਲਾਈ ਕਰਨਾ ਹੋਵੇ, ਜਿਵੇਂ ਆਪਾਂ ਸਪੋਜ਼ ਕਰ ਲਓ 16 ਨੂੰ ਆਪਾਂ 11 ਨਾਲ ਮਲਟੀਪਲਾਈ ਕਰਨਾ ਸੀ ਉਰੇ, ਤਾਂ ਆਪਾਂ ਜਿਹੜਾ ਹੈਗਾ 16 ਇਹਨੂੰ ਆਪਾਂ ਲਿਖਾਂਗੇ 1 ਆ 6। ਫਿਰ ਇਹਨਾਂ ਦੋਨਾਂ ਨੂੰ ਆਪਾਂ ਜੋੜ ਦਾਂਗੇ 6 + 1 ਕਿੰਨਾ ਹੁੰਦਾ 7, ਤਾਂ ਮਲਟੀਪਲਾਈ ਕਿੰਨਾ ਕਰਕੇ ਆ ਗਿਆ 176। ਅਤੇ ਇਹ ਆਪਣਾ ਆ ਗਿਆ ਫਾਈਨਲ ਆਂਸਰ 176। ਤਾਂ ਆਪਣੀਆਂ 176 ਟਾਈਲਾਂ ਲੱਗ ਜਾਣਗੀਆਂ ਘੱਟੋ ਘੱਟ। ਜਿਵੇਂ ਕਿ ਤੁਹਾਨੂੰ ਪਤਾ ਅੱਜ ਆਪਾਂ ਪਹਿਲੇ ਪਾਰਟ ਵਿੱਚ ਏਰੀਏ ਦੇ ਪਹਿਲੀਆਂ 10 ਐਗਜ਼ਾਮਪਲਸ ਕਰਨੀਆਂ ਸੀ। ਨੈਕਸਟ ਆਪਾਂ ਅਗਲੇ ਪਾਰਟ 'ਚ ਕੰਟੀਨਿਊ ਕਰਾਂਗੇ। ਅਤੇ ਜਿਹੜੀ ਲਾਸਟ ਅੱਜ ਦੀ ਐਗਜ਼ਾਮਪਲ ਹੈਗੀ ਹੈ ਉਹ ਹੈਗਾ ਆਪਣਾ 10th ਐਗਜ਼ਾਮਪਲ। ਫਾਈਂਡ ਦਾ ਏਰੀਆ ਆਫ ਏ ਸਕੁਏਅਰ। ਆਪਾਂ ਕੋਲ ਇੱਕ ਸਕੁਏਅਰ ਆਪਾਂ ਦਾ ਏਰੀਆ ਕੱਢਣਾ ਹੈ, ਉਹਦਾ ਆਪਣੇ ਕੋਲ ਡਾਇਗਨਲ ਗਿਵਨ ਹੈ। ਅਤੇ ਇਹ ਆ ਇੱਕ ਸਕੁਏਅਰ ਆਪਾਂ ਕੋਲ ਗਿਵਨ ਹੈ, ਇਹ ਆਪਣੇ ਕੋਲ ਇੱਕ ਸਕੁਏਅਰ ਗਿਵਨ ਹੈ। ਇਸ ਦਾ ਇੱਕ ਡਾਇਗਨਲ ਹੈ ਜਿਹੜਾ ਕਿ 3.8 ਮੀਟਰ ਲੌਂਗ ਹੈ। ਇਹ 3.8 ਮੀਟਰ ਲੌਂਗ ਹੈ। ਅਤੇ ਆਪਣੇ ਕੋਲ ਫਾਰਮੂਲਾ ਹੁੰਦਾ ਏਰੀਆ ਆਫ ਸਕੁਏਅਰ ਇਜ਼ ਇਕੁਅਲ ਟੂ ਹਾਫ ਇੰਟੂ ਡਾਇਗਨਲ ਦਾ ਸਕੁਏਅਰ। ਹਾਫ ਇੰਟੂ ਡਾਇਗਨਲ ਦਾ ਸਕੁਏਅਰ। ਆਪਣੇ ਕੋਲ ਕੁਐਸਚਨ ਦੇ ਵਿੱਚ ਡਾਇਗਨਲ ਗਿਵਨ ਹੈ ਅਤੇ ਹਾਫ ਵੀ ਹੈਗਾ ਉਰੀ। ਤਾਂ ਏਰੀਆ ਕੱਢਣਾ ਬਹੁਤ ਸਿੰਪਲ ਹੈ, ਤਾਂ ਇਸ ਫਾਰਮੂਲੇ ਸਿੱਧੀ ਵੈਲਿਊ ਪੁੱਟ ਕਰ ਦੇਣੀ, ਆਪਣਾ ਏਰੀਆ ਆ ਜਾਏਗਾ। ਹਾਫ ਇੰਟੂ ਡਾਇਗਨਲ ਹੈਗਾ 3.8 ਇੰਟੂ 3.8। ਅਤੇ ਜਿਹੜਾ ਡੈਸੀਮਲ ਹੈ ਨੀਚੇ ਇਹ 10 ਲੱਗ ਜਾਏਗਾ ਕਿਉਂਕਿ ਇੱਕ ਡੈਸੀਮਲ ਤੋਂ ਬਾਅਦ ਹੈ। ਹੁਣ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਤਾਂ ਆਪਣੇ ਕੋਲ ਸਿੱਧਾ ਆਂਸਰ ਆ ਜਾਏਗਾ 7.22 ਮੀਟਰ ਸਕੁਏਅਰ। ਇਹ ਆਪਣਾ ਏਰੀਆ ਆ ਜਾਏਗਾ ਸਕੁਏਅਰ ਦਾ ਜਿਹੜਾ ਨਾ ਪੁੱਛਿਆ ਹੋਇਆ। ਅਤੇ ਅੱਜ ਬਸ ਇੰਨਾ ਹੀ, ਅਤੇ ਆਪਾਂ ਨੈਕਸਟ ਅਗਲੇ ਪਾਰਟ ਵਿੱਚ ਕੰਟੀਨਿਊ ਕਰਾਂਗੇ। ਅਤੇ ਆਪਾਂ ਸਾਰੇ ਡਿਟੇਲ ਦੇ ਵਿੱਚ ਇਨੋਵੇਟਿਵ ਵੇ ਦੇ ਨਾਲ ਆਪਾਂ ਸਾਰੇ ਸੋਲਿਊਸ਼ਨਸ ਕਰਾਂਗੇ ਇਹਨਾਂ ਕੁਐਸਚਨਾਂ ਦੇ, ਕਿਉਂਕਿ ਪੇਪਰਾਂ ਦੇ ਵਿੱਚ ਪੰਜਾਬ ਦੇ ਪੇਪਰਾਂ 'ਚ ਹਮੇਸ਼ਾ RS ਅਗਰਵਾਲ ਹੀ ਪੈਂਦੀ ਹੈ ਅਤੇ ਇਹ 'ਚ ਵੱਖਰੇ ਤਰੀਕਿਆਂ ਨਾਲ ਲੋਕ ਕਰਵਾਉਂਦੇ ਨੇ ਅਤੇ ਇਹਦੇ ਵਿੱਚ ਵੀ ਕਈ ਡਿਫੀਕਲਟ ਵੇ ਦਿੱਤੇ ਹੋਏ ਨੇ। ਅਤੇ ਮੇਰਾ ਵੀ ਇਹ ਇੱਕੋ ਹੀ ਤਰੀਕਾ ਰਿਹਾ ਇਹਨੂੰ ਕਰਨ ਦਾ। ਆਪਾਂ ਲੰਬੇ ਸਮੇਂ ਤੱਕ ਤਾਂ ਹੀ ਸਮਜ਼ ਨੂੰ ਰਿਮੈਂਬਰ ਕਰ ਸਕਦੇ ਹਾਂ ਉਹਦੇ ਫਾਰਮੂਲੇਜ਼ ਨੂੰ, ਜੇ ਉਹਨੂੰ ਆਪਾਂ ਇੱਕ ਹੀ ਫਾਰਮੂਲਾ ਆਪਾਂ ਸਾਰੇ ਕੁਐਸਚਨਾਂ ਉੱਪਰ ਲਾਈਏ ਜਾਂ ਇੱਕ ਹੀ ਵੇ ਨਾਲ ਕੱਢੀਏ, ਰਾਦਰ ਕਿ ਆਪਾਂ ਹਰ ਕੁਐਸਚਨ ਦੀ ਇੱਕ ਨਵੀਂ ਟ੍ਰਿਕ ਲੈ ਕੇ ਆਈਏ ਤਾਂ ਮਸਾਂ 1 ਜਾਂ 2 ਦਿਨ ਯਾਦ ਰਹਿੰਦੀ ਹੈ, ਉਸ ਤੋਂ ਬਾਅਦ ਨਹੀਂ। ਇਸ ਕਰਕੇ ਆਪਾਂ ਇੱਕ ਕਨਵੈਨਸ਼ਨਲ ਵੇ ਨਾਲ ਹੀ ਕਰਾਂਗੇ ਅਤੇ ਉਹਨੂੰ ਬਸ ਇੱਕ ਸੌਖਾ ਬਣਾ ਦਾਂਗੇ। ਜਿਵੇਂ ਕਿ ਪਿੱਛੇ ਆਪਾਂ ਦੇਖਿਆ ਸੀਗਾ, ਤੁਹਾਨੂੰ ਦੱਸਿਆ ਪਰਸੈਂਟੇਜ ਵਾਲੇ ਕੋਈ ਕੁਐਸਚਨ ਆ ਜਾਏ, ਉਹਦਾ ਨੈਟ ਇਫੈਕਟ ਪੁੱਛਿਆ ਹੋਵੇ, ਕੋਈ ਟਰਮ ਇਨਕਰੀਜ਼ ਹੋ ਰਹੀ ਹੈ, ਕੋਈ ਡਿਕਰੀਜ਼ ਹੋ ਰਹੀ ਹੈ, ਉੱਥੇ ਆਪਾਂ ਉਹ ਵਾਲਾ ਸ਼ਾਰਟਕਟ ਲਗਾਵਾਂਗੇ ਜਿਹੜਾ ਆਪਾਂ ਪਿੱਛੇ ਕੁਐਸਚਨ 'ਚ ਲਗਾਇਆ ਸੀ, ਕਿਉਂਕਿ ਉਹ ਉਸ ਤਰ੍ਹਾਂ ਦੇ ਹਰ ਕੁਐਸਚਨ ਦੇ ਵਿੱਚ ਅਪਲਾਈ ਹੁੰਦਾ। ਅਤੇ ਜਿੱਥੇ ਹੋਏਗਾ ਤੁਹਾਨੂੰ ਮੈਂ ਦੱਸੂਗਾ ਕਿੱਥੇ ਅਪਲਾਈ ਹੁੰਦਾ ਉਹ। ਅਤੇ ਏਰੀਏ ਨੂੰ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿਉਂਕਿ ਇਹ ਬਿਨਾਂ ਫਾਰਮੂਲੇ ਤੋਂ ਹੁੰਦਾ ਨਹੀਂ, ਆਪਾਂ ਨੂੰ ਫਾਰਮੂਲੇ ਯਾਦ ਰੱਖਣੇ ਪੈਣਗੇ। ਅਤੇ ਫਾਰਮੂਲੇ ਯਾਦ ਕਿਵੇਂ ਕਰਨੇ ਨੇ ਉਹ ਤੁਹਾਨੂੰ ਮੈਂ ਕਰਵਾਊਂਗਾ। ਅਤੇ ਅੱਜ ਦਾ ਵੀਡੀਓ ਉਰੀ ਖਤਮ ਹੁੰਦਾ, ਆਪਾਂ ਨੈਕਸਟ ਕੰਟੀਨਿਊ ਕਰਾਂਗੇ ਵਿਦ 11th ਐਗਜ਼ਾਮਪਲ। ਥੈਂਕ ਯੂ।